ਸਰਕਾਰ ਦੀ ਕਮੀ ਕਿੱਥੇ ਰਹੀ ਹੈਗੀ ਹੈ, ਕਿਉਂ ਜਿਹੜਾ ਹੈ ਉਹ ਕੋਰਟ ਦੇ ਵਿੱਚ ਨਹੀਂ ਡਿਫੈਂਡ ਕਰ ਪਾਈ। ਚਲਾਨ ਪੇਸ਼ ਹੋ ਗਏ ਸੀ, 9 ਚਲਾਨ ਪੇਸ਼ ਹੋ ਚੁੱਕੇ ਸੀ, 10ਵਾਂ ਚਲਾਨ ਜਾਣਾ ਬਾਕੀ ਸੀਗਾ। ਜਿੱਥੇ ਲੱਗ ਰਿਹਾ ਸੀ ਲੋਕਾਂ ਨੂੰ ਕਿ ਇਨਸਾਫ ਹੁਣ ਮਿਲਣ ਜਾ ਰਿਹਾ ਹੈਗਾ, ਇਹ ਸਾਰਾ ਮਾਮਲਾ ਹੀ ਖਤਮ ਹੋ ਗਿਆ। ਨਹੀਂ ਨਹੀਂ, ਕੋਈ ਮਾਮਲਾ ਖਤਮ ਨਹੀਂ ਹੋਇਆ। ਔਰ ਇਹ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਕੁੰਵਰ ਵਿਜੇ ਪ੍ਰਤਾਪ ਦੀ, ਇਹਦੀ ਨਿਗਰਾਨੀ ਸਰਕਾਰ ਨਹੀਂ ਕਰ ਰਹੀ ਸੀ, ਇਹਦੀ ਨਿਗਰਾਨੀ ਹਾਈ ਕੋਰਟ ਕਰ ਰਿਹਾ ਸੀ। ਔਰ ਹਾਈ ਕੋਰਟ ਦੇ ਵਿੱਚ ਇਹਦੀ ਨਿਗਰਾਨੀ ਹੇਠ ਕੰਮ ਚੱਲ ਰਿਹਾ ਸੀ। ਅਸੀਂ ਫ੍ਰੀ ਹੈਂਡ ਦਿੱਤਾ ਸੀ, ਸਾਡੀ ਕੋਈ ਸਿਆਸੀ ਜਾਂ ਸਰਕਾਰੀ ਕੋਈ ਦਖਲਅੰਦਾਜ਼ੀ ਨਹੀਂ। ਔਰ ਇਹਦੇ ਵਿੱਚ ਅਸੀਂ ਬੜੇ ਸਿੱਧਾ ਸਾਡਾ ਸੀਗਾ ਸਵਾਲ ਕਿ ਜਿਹੜਾ ਵੀ ਕੋਈ ਦੋਸ਼ੀ ਹੈ ਉਹ ਸਲਾਖਾਂ ਦੇ ਪਿੱਛੇ ਜਾਵੇ ਔਰ ਇਮਾਨਦਾਰੀ ਦੇ ਨਾਲ ਇਨਵੈਸਟੀਗੇਸ਼ਨ ਟੀਮ ਆਪਣਾ ਕੰਮ ਕਰੇ। ਪਰ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਮੈਨੂੰ ਤਾਂ ਕੋਈ ਆਸ ਹੀ ਨਹੀਂ ਲੱਗਦੀ ਕਿ ਇਨਸਾਫ ਮਿਲੂਗਾ। ਤੇ ਨਾਲ ਕਹਿੰਦੇ ਜੇਕਰ ਨਵੀਂ ਐਸਆਈਟੀ ਵੀ ਬਣਦੀ ਹੈਗੀ ਮੈਂ ਉਹਦੇ ਵਿੱਚ ਕੋਈ ਹੈਲਪ ਵੀ ਨਹੀਂ ਕਰੂੰਗਾ, ਨਾ ਹੀ ਕੋਈ ਸਹਿਯੋਗ ਦਿੱਤਾ ਜਾਊਗਾ, ਕਿਉਂਕਿ ਹਾਈ ਕੋਰਟ ਦਾ ਹੀ ਉਹ ਫੈਸਲਾ ਹੈਗਾ। ਤੁਸੀਂ ਕਿਵੇਂ ਇਨਸਾਫ ਦਵਾ ਦੋਗੇ? ਜੇ ਕੋਈ ਆਦਮੀ ਮੈਦਾਨੋਂ ਬਾਹਰ ਨਿਕਲ ਜਾਏ, ਭੱਜ ਜਾਵੇ, ਤੇ ਭਾਈ ਇਹਦਾ ਮਤਲਬ ਇਹ ਨਹੀਂ ਮੈਦਾਨ ਖਾਲੀ ਹੋ ਗਿਆ। ਸਾਡੇ ਕੋਲ ਬੜੇ ਐਕਸਪਰਟ ਖਿਡਾਰੀ ਅਜੇ ਵੀ ਹੈਗੇ ਆ ਔਰ ਅਸੀਂ ਇਸ ਜਾਂਚ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਔਰ ਦੋਸ਼ੀਆਂ ਨੂੰ ਸਲਾਖਾਂ ਥੱਲੇ ਪਹੁੰਚਾਵਾਂਗੇ। ਕਹਿੰਦਾ ਮਤਲਬ ਕੁੰਵਰ ਵਿਜੇ ਪ੍ਰਤਾਪ ਮੈਦਾਨੋਂ ਭੱਜੇ, ਤਸ਼ੱਦਦ ਹੀ ਇੰਨਾ ਹੋਇਆ। ਕਹਿੰਦੇ ਮੈਨੂੰ ਸਹਿਯੋਗ ਹੀ ਨਹੀਂ ਕੀਤਾ, ਕਹਿੰਦੇ ਮਹਿੰਗੇ ਵਕੀਲ ਕਰਦੇ ਰਹੇ, ਖਰਚਾ ਕਰਦੇ ਰਹੇ। ਕਹਿੰਦੇ ਜਿੰਨੀ ਮੇਰੀ 3 ਸਾਲ ਦੀ ਤਨਖਾਹ ਨਹੀਂ ਉਨੀ ਤੁਸੀਂ ਵਕੀਲਾਂ। ਜਦੋਂ ਇਨਵੈਸਟੀਗੇਸ਼ਨ ਹੀ ਕੰਪਲੀਟ ਹੋ ਗਈ ਤੇ ਉਹਨਾਂ ਨੇ ਹਾਈ ਕੋਰਟ 'ਚ ਦੇ ਹੀ ਦਿੱਤੀ, ਫਿਰ ਬਾਕੀ ਇਲਜ਼ਾਮ ਕਿਹੜਾ ਰਹਿ ਗਿਆ ਸੀਗਾ? ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਉਹਦੀ ਰਿਪੋਰਟ ਖਾਰਜ ਹੋਈ ਆ। ਇਲਜ਼ਾਮ ਕਾਂਗਰਸ ਦੇ ਉੱਤੇ ਵੀ ਲੱਗ ਰਹੇ ਹੈਗੇ ਨੇ, ਆਪਣੇ ਵੀ ਤੁਹਾਡੇ ਮੰਤਰੀ ਵਿਧਾਇਕ ਕਹਿ ਰਹੇ ਨੇ ਕਿ ਜਾਣਾ ਔਖਾ ਹੋ ਜਾਊਗਾ, ਸਾਨੂੰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ। ਬੇਅਦਬੀ ਦੇ ਇਨਸਾਫ ਜਿਹੜਾ ਹੈਗਾ ਕਿ ਲੱਗਦਾ ਇਸੇ ਸਰਕਾਰ ਦੇ ਦੌਰਾਨ ਕਾਂਗਰਸ ਦੀ ਨੀਤੀ ਸਪਸ਼ਟ ਹੈ, ਨੀਅਤ ਸਪਸ਼ਟ ਹੈ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਹੈ, ਅਸੀਂ ਇਨਸਾਫ ਦੇ ਹੱਕ 'ਚ ਹਾਂ, ਅਸੀਂ ਇਨਸਾਫ ਲੈ ਕੇ ਰਵਾਂਗੇ। ਜਿੱਥੋਂ ਤੱਕ ਇਹ ਇਸ ਗੱਲ ਵਾਸਤੇ ਇਹ ਕਿ ਸਾਨੂੰ ਨੁਕਸਾਨ ਹੋਏਗਾ, ਸਾਨੂੰ ਕੋਈ ਨੁਕਸਾਨ ਨਹੀਂ ਹੋਏਗਾ। ਆਈਜੀ ਵਿਜੇ ਕੁੰਵਰ ਪ੍ਰਤਾਪ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਸਿਆਸਤ ਮਚੀ ਹੋਈ ਹੈ। ਜਿੱਥੇ ਪਹਿਲਾਂ ਇਲਜ਼ਾਮ ਅਕਾਲੀ ਦਲ ਦੇ ਉੱਤੇ ਲੱਗ ਰਹੇ ਸੀ ਤਾਂ ਹੁਣ ਕਾਂਗਰਸ ਨੂੰ ਵੀ ਉਸੇ ਕਟਖੜੇ ਦੇ ਵਿੱਚ ਖੜਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੋਵੇਂ ਮਿਲੇ ਹੋਏ ਨੇ ਤੇ ਇਹਨਾਂ ਦੋਵਾਂ ਦੀ ਮਿਲੀ ਸਾਜ਼ਿਸ਼ ਕਰਕੇ ਹੀ ਇਹ ਬੇਅਦਬੀ ਤੇ ਨਾਲ ਹੀ ਕੋਟਕਪੂਰਾ ਫਾਇਰਿੰਗ ਦਾ ਮਾਮਲਾ ਜਿਹੜਾ ਹੈਗਾ ਉਹ ਲੜਦਾ ਹੋਇਆ ਨਜ਼ਰ ਆ ਰਿਹਾ। ਸਾਡੇ ਨਾਲ ਰਾਜਕੁਮਾਰ ਵੇਰਕੌਣੀ ਮੌਜੂਦ ਨੇ। ਵੇਰਕਾ ਸਾਹਿਬ, ਜਿੱਥੇ ਪਹਿਲਾਂ ਅਕਾਲੀ ਦਲ ਕਟਖੜੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਸੀਗਾ, ਹੁਣ ਕਾਂਗਰਸ ਵੀ ਨਜ਼ਰ ਆ ਰਹੀ ਹੈਗੀ ਆ ਉਸੇ ਕਟਖੜੇ ਦੇ ਵਿੱਚ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਮਿਲੀ ਭੁਗਤ ਹੈਗੀ ਹੈ, ਨੀਲੇ ਚਿੱਟੇ ਦੋਵੇਂ ਮਿਲੇ ਹੋਏ। ਬਈ ਇਹ ਕਿਤੇ ਨਾ ਮਿਲੇ, ਆਪਣੀ ਗੱਲ ਤੇ ਕਰ ਲੈਣ। ਬਈ ਜਿਹੜੀ ਬੀਜੇਪੀ ਦੇ ਨਾਲ ਇਹ ਬੀ ਟੀਮ ਹੈ ਆਮ ਆਦਮੀ ਪਾਰਟੀ ਬੀਜੇਪੀ ਦੀ। ਔਰ ਤੁਹਾਨੂੰ ਇਹ ਪਤਾ ਕਿ ਜਿਹੜੇ 6 ਚੱਕੇ ਚੋਰ ਇਕੱਠੇ ਹੋਏ ਸੀਗੇ ਦਿੱਲੀ ਦੇ ਵਿੱਚ ਅੰਨਾ ਹਜ਼ਾਰੇ ਦੇ ਨਾਲ, ਇਹ ਉਹਨਾਂ ਦੀ ਟੀਮ ਦਾ ਇੱਕ ਹਿੱਸਾ ਹੈ। ਕੇਜਰੀਵਾਲ ਉਹੀ ਟੀਮ ਆ। ਔਰ ਜਿਹੜੀ ਇਹ ਬੀਜੇਪੀ ਦੀ ਬੀ ਟੀਮ ਸੀਗੀ, ਤੁਹਾਨੂੰ ਪਤਾ ਉਹ 5 ਜਿਹੜੇ ਵੱਡੇ ਅਹੁਦਿਆਂ ਦੇ ਬਰਾਜਮਾਨ ਹੈ ਕਿ ਨਹੀਂ, ਇਹ 6ਵਾਂ ਇਹ ਜੇ। ਔਰ ਮੈਂ ਤੁਹਾਨੂੰ ਇਹ ਗੱਲ ਕਹਾਂ, ਇਹ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਜਿਹੜੀ ਹੈ ਬੀਜੇਪੀ ਦੀ ਟੀਮ ਹੈ, ਬੀਜੇਪੀ ਦੇ ਹੱਥਾਂ ਦਾ ਹੱਥ ਠੋਕਾ ਹੈਗਾ। ਔਰ ਇਹ ਜਿਹੜੇ ਇਲਜ਼ਾਮ ਲਗਾ ਰਹੇ ਆ ਇਹਨਾਂ ਦੇ ਪੱਲੇ ਕੁਝ ਹੈਗਾ ਨਹੀਂ ਹੋ ਭਾਈ ਮੇਰਿਆ। ਔਰ ਇਹ ਝੂਠੇ ਇਲਜ਼ਾਮ ਹੈ, ਬੇਬੁਨਿਆਦ ਇਲਜ਼ਾਮ ਹੈ, ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚਾਈ ਹੈ ਨਹੀਂ। ਪਰ ਕੀ ਲੱਗਦਾ ਫਿਰ ਸਰਕਾਰ ਦੀ ਕਮੀ ਕਿੱਥੇ ਰਹੀ ਹੈਗੀ ਹੈ, ਕਿਉਂ ਜਿਹੜਾ ਹੈ ਉਹ ਕੋਰਟ ਦੇ ਵਿੱਚ ਨਹੀਂ ਡਿਫੈਂਡ ਕਰ ਪਾਈ? ਚਲਾਨ ਪੇਸ਼ ਹੋ ਗਏ ਸੀ, 9 ਚਲਾਨ ਪੇਸ਼ ਹੋ ਚੁੱਕੇ ਸੀ, 10ਵਾਂ ਚਲਾਨ ਜਾਣਾ ਬਾਕੀ ਸੀਗਾ। ਜਿੱਥੇ ਲੱਗ ਰਿਹਾ ਸੀ ਲੋਕਾਂ ਨੂੰ ਕਿ ਇਨਸਾਫ ਹੁਣ ਮਿਲਣ ਜਾ ਰਿਹਾ ਹੈਗਾ, ਇਹ ਸਾਰਾ ਮਾਮਲਾ ਹੀ ਖਤਮ ਹੋ ਗਿਆ। ਨਹੀਂ ਨਹੀਂ, ਕੋਈ ਮਾਮਲਾ ਖਤਮ ਨਹੀਂ ਹੋਇਆ। ਔਰ ਇਹ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਕੁੰਵਰ ਵਿਜੇ ਪ੍ਰਤਾਪ ਦੀ, ਇਹਦੀ ਨਿਗਰਾਨੀ ਸਰਕਾਰ ਨਹੀਂ ਕਰ ਰਹੀ ਸੀ, ਇਹਦੀ ਨਿਗਰਾਨੀ ਹਾਈ ਕੋਰਟ ਕਰ ਰਿਹਾ ਸੀ। ਔਰ ਹਾਈ ਕੋਰਟ ਦੇ ਵਿੱਚ ਇਹਦੀ ਨਿਗਰਾਨੀ ਹੇਠ ਕੰਮ ਚੱਲ ਰਿਹਾ ਸੀ। ਅਸੀਂ ਫ੍ਰੀ ਹੈਂਡ ਦਿੱਤਾ ਸੀ, ਸਾਡੀ ਕੋਈ ਸਿਆਸੀ ਜਾਂ ਸਰਕਾਰੀ ਕੋਈ ਦਖਲਅੰਦਾਜ਼ੀ ਨਹੀਂ। ਔਰ ਇਹਦੇ ਵਿੱਚ ਅਸੀਂ ਬੜੇ ਸਿੱਧਾ ਸਾਡਾ ਸੀਗਾ ਸਵਾਲ ਕਿ ਜਿਹੜਾ ਵੀ ਕੋਈ ਦੋਸ਼ੀ ਹੈ ਉਹ ਸਲਾਖਾਂ ਦੇ ਪਿੱਛੇ ਜਾਵੇ ਔਰ ਇਮਾਨਦਾਰੀ ਦੇ ਨਾਲ ਇਨਵੈਸਟੀਗੇਸ਼ਨ ਟੀਮ ਆਪਣਾ ਕੰਮ ਕਰੇ। ਉਹਨੇ ਕਿਹਾ ਕਿ ਅਸੀਂ 9 ਚਲਾਨ ਪੇਸ਼ ਕਰ ਦਿੱਤੇ ਹੈ। ਜਿਸ ਵਕਤ ਉਹ ਰਿਪੋਰਟ ਆਪਣੀ ਪੇਸ਼ ਕੀਤੀ ਹਾਈ ਕੋਰਟ 'ਚ, ਹਾਈ ਕੋਰਟ ਨੇ ਉਸ ਰਿਪੋਰਟ ਨੂੰ ਖਾਰਿਜ ਕੀਤਾ। ਹੋ ਸਕਦਾ ਹੈ ਕਿ ਅਕਾਲੀ ਦਲ, ਆਮ ਆਦਮੀ ਪਾਰਟੀ, ਬੀਜੇਪੀ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਇਹ ਕਿਸੇ ਤਰੀਕੇ ਦੇ ਨਾਲ ਸਾਜ਼ਿਸ਼ ਕੀਤੀ ਹੋਵੇ। ਅਸੀਂ ਉਹਦੀ ਹਰ ਸਾਜ਼ਿਸ਼ ਨੂੰ ਬੇਨਕਾਬ ਕਰਾਂਗੇ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਇਹ ਜਿੰਦੀ ਰਵੇ, ਇਹ ਇਨਵੈਸਟੀਗੇਸ਼ਨ ਅੱਗੇ ਚੱਲੇ। ਅਸੀਂ ਇਸ ਇਨਵੈਸਟੀਗੇਸ਼ਨ ਤੇ ਪਹਿਰਾ ਦੇਵਾਂਗੇ। ਅਸੀਂ ਹਾਈ ਕੋਰਟ 'ਚ ਵੀ ਜਾਵਾਂਗੇ, ਸੁਪਰੀਮ ਕੋਰਟ 'ਚ ਵੀ ਜਾਵਾਂਗੇ। ਨਵੀਂ ਜਿਹੜੀ ਸਿੱਟ ਹੋਏਗੀ ਉਹ ਇਨਵੈਸਟੀਗੇਸ਼ਨ ਤੋਂ ਐਕਸਪੀਰੀਅੰਸ ਲੈ ਕੇ ਇਹਨੂੰ ਫਾਸਟ ਟਰੈਕ 'ਚ ਕੰਮ ਕਰੇਗੀ। ਤੁਸੀਂ ਕਹਿ ਰਹੇ ਹੋ ਕਿ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਜ਼ਿੰਦਾ ਰੱਖਾਂਗੇ, ਪਰ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਮੈਨੂੰ ਤਾਂ ਕੋਈ ਆਸ ਹੀ ਨਹੀਂ ਲੱਗਦੀ ਕਿ ਇਨਸਾਫ ਮਿਲੂਗਾ। ਤੇ ਨਾਲ ਕਹਿੰਦੇ ਜੇਕਰ ਨਵੀਂ ਐਸਆਈਟੀ ਵੀ ਬਣਦੀ ਹੈਗੀ ਮੈਂ ਉਹਦੇ ਵਿੱਚ ਕੋਈ ਹੈਲਪ ਵੀ ਨਹੀਂ ਕਰੂੰਗਾ, ਨਾ ਹੀ ਕੋਈ ਸਹਿਯੋਗ ਦਿੱਤਾ ਜਾਊਗਾ, ਕਿਉਂਕਿ ਹਾਈ ਕੋਰਟ ਦਾ ਹੀ ਉਹ ਫੈਸਲਾ ਹੈਗਾ। ਤੁਸੀਂ ਕਿਵੇਂ
ਇਨਸਾਫ ਦਵਾ ਦੋਗੇ? ਕਿਵੇਂ ਤੁਹਾਨੂੰ ਲੱਗਦਾ ਕਿ ਇਨਸਾਫ ਗੱਲ ਇਹ ਆ ਕਿ ਇਨਸਾਫ ਉਹ ਉੱਪਰ ਵਾਲਾ ਜਿਹੜਾ ਬੈਠਾ ਨਾ ਉਹਦੇ ਘਰ 'ਚ ਦੇਰ ਹੈ ਅੰਧੇਰ ਨਹੀਂ ਹੈ, ਔਰ ਕਾਨੂੰਨ ਦੇ ਹੱਥ ਬੜੇ ਲੰਬੇ ਆ। ਇਹ ਗੱਲ ਆਦਮੀ ਕਵੇ ਕੋਈ ਆਦਮੀ ਕਿ ਲੋ ਜੀ ਮੈਂ ਨਹੀਂ ਤੇ ਪਤਾ ਨਹੀਂ ਇਨਸਾਫ ਨਹੀਂ, ਲੇਕਿਨ ਇਨਸਾਫ ਮਿਲੇਗਾ। ਔਰ ਅਸੀਂ ਜੇ ਕੋਈ ਆਦਮੀ ਮੈਦਾਨੋਂ ਬਾਹਰ ਨਿਕਲ ਜਾਏ ਭੱਜ ਜਾਵੇ ਤੇ ਭਾਈ ਇਹਦਾ ਮਤਲਬ ਇਹ ਨਹੀਂ ਮੈਦਾਨ ਖਾਲੀ ਹੋ ਗਿਆ। ਸਾਡੇ ਕੋਲ ਬੜੇ ਐਕਸਪਰਟ ਖਿਡਾਰੀ ਅਜੇ ਵੀ ਹੈਗੇ ਆ, ਔਰ ਅਸੀਂ ਇਸ ਜਾਂਚ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਔਰ ਦੋਸ਼ੀਆਂ ਨੂੰ ਸਲਾਖਾਂ ਥੱਲੇ ਪਹੁੰਚਾਵਾਂਗੇ। ਤੁਹਾਡਾ ਕਹਿਣ ਦਾ ਮਤਲਬ ਕੁੰਵਰ ਵਿਜੇ ਪ੍ਰਤਾਪ ਮੈਦਾਨੋਂ ਭੱਜੇ ਨੇ? ਮੈਂ ਮਹਿਸੂਸ ਇਹ ਕਰਦਾ ਕਿ ਉਹਨਾਂ ਨੂੰ ਜਾਣਾ ਨਹੀਂ ਸੀ ਚਾਹੀਦਾ। ਉਹਨਾਂ ਨੂੰ ਇਨਵੈਸਟੀਗੇਸ਼ਨ ਆਪਣੀ ਨੂੰ ਜਦ ਤੱਕ ਕੰਪਲੀਟ ਨਹੀਂ ਹੋਈ, ਜਦ ਤੱਕ ਇਹ ਲੜਾਈ ਸੀ, ਉਹਨਾਂ ਨੂੰ ਮੈਦਾਨ 'ਚ ਡਟੇ ਰਹਿਣਾ ਚਾਹੀਦਾ। ਕਹਿੰਦੇ ਤਸ਼ੱਦਦ ਹੀ ਇੰਨਾ ਹੋਇਆ, ਕਹਿੰਦੇ ਮੈਨੂੰ ਸਹਿਯੋਗ ਹੀ ਨਹੀਂ ਕੀਤਾ, ਕਹਿੰਦੇ ਮਹਿੰਗੇ ਮਹਿੰਗੇ ਵਕੀਲ ਕਰਦੇ ਰਹੇ, ਖਰਚਾ ਕਰਦੇ ਰਹੇ, ਕਹਿੰਦੇ ਜਿੰਨੀ ਮੇਰੀ 3 ਸਾਲ ਦੀ ਤਨਖਾਹ ਨਹੀਂ ਉਨੀ ਤੁਸੀਂ ਵਕੀਲਾਂ ਗੱਲ ਸੁਣ ਲਓ ਭਾਈ, ਇਨਵੈਸਟੀਗੇਸ਼ਨ ਤਾਂ ਕੰਪਲੀਟ ਹੋ ਹੀ ਗਈ ਸੀ। ਹੁਣ ਕਿਹੜਾ ਇਲਜ਼ਾਮ ਰਹਿ ਗਿਆ ਸੀ? ਜਦੋਂ ਇਨਵੈਸਟੀਗੇਸ਼ਨ ਹੀ ਕੰਪਲੀਟ ਹੋ ਗਈ ਤੇ ਉਹਨਾਂ ਨੇ ਹਾਈ ਕੋਰਟ 'ਚ ਦੇ ਹੀ ਦਿੱਤੀ, ਫਿਰ ਬਾਕੀ ਇਲਜ਼ਾਮ ਕਿਹੜਾ ਰਹਿ ਗਿਆ ਸੀਗਾ? ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਉਹਦੀ ਰਿਪੋਰਟ ਖਾਰਜ ਹੋਈ ਆ, ਔਰ ਅਸੀਂ ਇਸ ਗੱਲ ਵਾਸਤੇ ਬਿਲਕੁਲ ਫੇਅਰ ਸਾਂ ਕਿ ਇਨਵੈਸਟੀਗੇਸ਼ਨ ਟੀਮ ਨੇ ਆਪਣਾ ਕੰਮ ਬਾਖੂਬੀ ਕੀਤਾ, ਔਰ ਅਸੀਂ ਇਹ ਚਾਹੁੰਦੇ ਸਾਂ ਕਿ ਇਹ ਜਿਹੜੀ ਟੀਮ ਹੈ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਕਰਦੀ ਔਰ ਇਹਨੂੰ ਅੰਜਾਮ ਤੱਕ ਪਹੁੰਚਾਉਂਦੀ। ਹੁਣ ਉਹ ਛੱਡ ਕੇ ਗਏ ਆ, ਲੇਕਿਨ ਅਸੀਂ ਨਵੀਂ ਜਿਹੜੀ ਹੈ ਉਹ ਸਿੱਟ ਜਿਹੜੀ ਹੈ ਉਹ ਕੰਪਲੀਟ ਕਰ ਦਿੱਤੀ ਹੈ, ਬਣ ਗਈ ਹੈ। ਬੜੀ ਜਲਦੀ ਉਹ ਆਪਣਾ ਕੰਮ ਨੂੰ ਅਮਲ 'ਚ ਲਿਆਏਗੀ। ਕਿਉਂ ਉਹਨਾਂ ਨੇ ਏਜੀ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ? ਕਹਿੰਦੇ ਏਜੀ ਨੂੰ ਜਿਹੜਾ ਹੈਗਾ ਉਹ ਡਿਫੈਂਡ ਕਰ ਰਹੀ ਹੈ ਕਾਂਗਰਸ ਸਰਕਾਰ, ਡਿਫੈਂਡ ਨਹੀਂ ਕਰਨਾ ਚਾਹੀਦਾ। ਅਸੀਂ ਭਾਈ ਕਿਸੇ ਨੂੰ ਡਿਫੈਂਡ ਨਹੀਂ ਕਰਦੇ, ਅਸੀਂ ਕੇਸ ਨੂੰ ਡਿਫੈਂਡ ਕਰਦੇ ਹਾਂ, ਅਸੀਂ ਇਨਵੈਸਟੀਗੇਸ਼ਨ ਨੂੰ ਡਿਫੈਂਡ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਉਹ ਲੋਕ ਜਿਹੜੇ ਦੋਸ਼ੀ ਉਹ ਸਲਾਖਾਂ ਥੱਲੇ ਜਾਣ। ਸਾਡਾ ਸਿਰਫ ਸਿੰਪਲ ਇੱਕ ਮੈਥਡ ਹੈ। ਸਾਡਾ ਮੈਥਡ ਇਹ ਹੈ ਕਿ ਇਹ ਸਾਡੀ ਕਮਿਟਮੈਂਟ ਹੈ, ਸਾਡੀ ਸਰਕਾਰ ਦੀ ਕਮਿਟਮੈਂਟ ਹੈ, ਮੁੱਖ ਮੰਤਰੀ ਦੀ ਕਮਿਟਮੈਂਟ ਹੈ। ਉਹਦੇ ਅੰਦਰ ਸਾਜ਼ਿਸ਼ ਹੋਈ ਹੈ, ਉਹਦੇ ਵਿੱਚ ਡਿਲੇ ਹੋਈ ਹੈ, ਲੇਕਿਨ ਇਹ ਡਿਲੇ ਨੂੰ ਅਸੀਂ ਫਾਸਟ ਟਰੈਕ ਲੈ ਕੇ ਉਹ ਜਿਹੜੀ ਕਾਨੂੰਨੀ ਪਹਿਲੂਆਂ ਨੂੰ ਕੰਪਲੀਟ ਕਰਕੇ ਇਹ ਦੋਸ਼ੀਆਂ ਨੂੰ ਜਲਦੀ ਸਜ਼ਾਵਾਂ ਦਵਾਵਾਂ। ਕਿਸ ਦੇ ਐਂਡ ਤੋਂ ਡਿਲੇ ਹੋਈ ਹੈ? 4 ਸਾਲ ਤੁਹਾਨੂੰ ਹੋ ਚੁੱਕੇ ਸੀ, ਤੁਹਾਡੀ ਸਰਕਾਰ ਦੇ ਵੱਲੋਂ ਡਿਲੇ ਕਿਸੇ ਐਂਡ ਤੋਂ ਨਹੀਂ। ਹੁਣ ਹਾਈ ਕੋਰਟ ਦੇ ਵਿੱਚ ਹੈਗਾ, ਹਾਈ ਕੋਰਟ ਦੇ ਉੱਪਰ ਮੈਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਸੀ ਤੇ ਫਿਰ ਕੋਰਟ ਦਾ ਇਹ ਫਰਜ਼ ਬਣਦਾ ਸੀ ਉਹਨੂੰ ਮੈਰਿਟ ਦੇ ਉੱਪਰ ਵਿਚਾਰ ਕਰਦੀ, ਉਹਦੇ ਤੇ ਬਹਿਸ ਹੁੰਦੀ, ਉਹਦੇ ਅੰਦਰ ਜਾਂਚ ਹੁੰਦੀ ਤੇ ਫਿਰ ਉਹਦੇ ਬਾਅਦ ਕੀ ਹੁੰਦੀ। ਲੇਕਿਨ ਉਹਦੇ ਵਾਸਤੇ ਕਿਸੇ ਕਿਸਮ ਦੀ ਜਾਂਚ ਨਹੀਂ ਹੋਈ, ਕਿਸੇ ਕਿਸਮ ਦੀ ਇਨਵੈਸਟੀਗੇਸ਼ਨ ਨਹੀਂ ਹੋਈ। ਲੇਕਿਨ ਅਸੀਂ ਅੱਜ ਵੀ ਉਸ ਗੱਲ ਦੇ ਹੱਕ ਦੇ ਵਿੱਚ ਆ ਕਿ ਇਹ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਓ ਔਰ ਇਸ ਇਨਵੈਸਟੀਗੇਸ਼ਨ ਦੇ ਤਹਿਤ ਜਿਹੜੇ ਪਹਿਲੂਆਂ ਦੇ ਉੱਪਰ ਕੋਰਟ ਨੂੰ ਆਬਜੈਕਸ਼ਨ ਹੈ ਉਹ ਪਹਿਲੂ ਅਸੀਂ ਦੂਰ ਕਰਾਂਗੇ। ਨਵੀਂ ਐਸਆਈਟੀ ਦਾ ਗਠਨ ਕਦੋਂ ਹੋ ਜਾਏਗਾ? ਅੱਜ ਕੱਲ੍ਹ 'ਚ ਹੋ ਜਾਏਗਾ, 2-3 ਦਿਨ ਬਾਅਦ ਇਹ ਕੰਮ ਸ਼ੁਰੂ ਹੋ ਜਾਏਗਾ। ਕੀ ਲੱਗਦਾ ਹੈ ਕਿ ਇਸ ਦਾ ਨੁਕਸਾਨ ਚੋਣਾਂ ਦੇ ਵਿੱਚ ਹੋ ਸਕਦਾ ਹੈਗਾ? ਕਿਉਂਕਿ ਇਲਜ਼ਾਮ ਕਾਂਗਰਸ ਦੇ ਉੱਤੇ ਵੀ ਲੱਗ ਰਹੇ ਹੈਗੇ ਨੇ, ਆਪਣੇ ਵੀ ਤੁਹਾਡੇ ਮੰਤਰੀ ਵਿਧਾਇਕ ਕਹਿ ਰਹੇ ਨੇ ਕਿ ਜਾਣਾ ਔਖਾ ਹੋ ਜਾਊਗਾ, ਸਾਨੂੰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ। ਬੇਅਦਬੀ ਦੇ ਇਨਸਾਫ ਜਿਹੜਾ ਹੈਗਾ ਕੀ ਲੱਗਦਾ ਇਸੇ ਸਰਕਾਰ ਦੇ ਦੌਰਾਨ ਮਿਲ ਜਾਊਗਾ? ਕਾਂਗਰਸ ਦੀ ਨੀਤੀ ਔਰ ਨੀਅਤ 'ਚ ਕੋਈ ਫਰਕ ਨਹੀਂ ਹੈ। ਕਾਂਗਰਸ ਦੀ ਨੀਤੀ ਸਪਸ਼ਟ ਹੈ, ਨੀਅਤ ਸਪਸ਼ਟ ਹੈ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਹੈ, ਅਸੀਂ ਇਨਸਾਫ ਦੇ ਹੱਕ 'ਚ ਹਾਂ, ਅਸੀਂ ਇਨਸਾਫ ਲੈ ਕੇ ਰਵਾਂਗੇ। ਜਿੱਥੋਂ ਤੱਕ ਇਹ ਇਸ ਗੱਲ ਵਾਸਤੇ ਹੈ ਕਿ ਸਾਨੂੰ ਨੁਕਸਾਨ ਹੋਏਗਾ, ਸਾਨੂੰ ਕੋਈ ਨੁਕਸਾਨ ਨਹੀਂ ਹੋਏਗਾ। ਲੋਕ ਸਮਝਦੇ ਆ ਕਿ ਇਹ ਜਿਹੜੇ ਲੋਕ ਆ, ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਸਾਜ਼ਿਸ਼ ਦੇ ਤਹਿਤ ਕੋਈ ਕੰਮ ਨਹੀਂ ਕੀਤਾ। ਅਸੀਂ ਸਿੱਟ ਦੇ ਨੇ ਆਪਣੀ ਰਿਪੋਰਟ ਕੰਪਲੀਟ ਕੀਤੀ ਹੈ, ਰਿਪੋਰਟ ਹਾਈ ਕੋਰਟ 'ਚ ਵੀ ਦੇ ਦਿੱਤੀ ਹੈ, ਤੇ ਫਿਰ ਇਹ ਕਹਿਣਾ ਕਿ ਡਿਲੇ ਹੋ ਗਿਆ। ਹੁਣ ਹਾਈ ਕੋਰਟ ਨੇ ਅਗਰ ਕੋਈ ਕਿਸੇ ਵੀ ਪਹਿਲੂ ਤੇ ਜਿਹੜੀ ਹੈ ਆਬਜੈਕਸ਼ਨ ਕੀਤਾ, ਉਸ ਪਹਿਲੂ ਨੂੰ ਵਿਚਾਰ ਕਰਾਂਗੇ। ਨਵਜੋਤ ਸਿੰਘ ਸਿੱਧੂ ਬੜੇ ਹਮਲੇ ਕਰ ਰਹੇ ਨੇ। ਨਹੀਂ, ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਜਲਦੀ ਦੂਰ ਹੋਏਗੀ ਔਰ ਬੈਠ ਕੇ ਸਾਰੇ ਗੱਲ ਕਰਾਂਗੇ। ਬਹੁਤ ਧੰਨਵਾਦ। ਤਾਂ ਰਾਜਕੁਮਾਰ ਵੇਰਕਾ ਹਾਲਾਂਕਿ ਕਹਿ ਰਹੇ ਨੇ ਕਿ ਐਸਆਈਟੀ ਦਾ ਜਲਦ ਹੀ ਗਠਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਜਿਹੜੀ ਸ਼ਿਕਾਇਤਾਂ ਕਰ ਰਹੇ ਨੇ, ਕਹਿੰਦੇ ਉਹ ਸ਼ਿਕਾਇਤਾਂ ਵੀ ਜਲਦ ਦੂਰ ਕੀਤੀਆਂ ਜਾਣਗੀਆਂ ਤੇ ਇਨਸਾਫ ਦਿੱਤਾ ਜਾਵੇਗਾ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।